ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ। ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ। ਅੱਜ ਦੀ ਇਹ ਵੀਡੀਓ ਉਹਨਾਂ ਸਾਰੇ ਹੀ ਵਿਦਿਆਰਥੀਆਂ ਦੇ ਲਈ ਬਹੁਤ ਇੰਪੋਰਟੈਂਟ ਹੈ ਜਿਹੜੇ ਕਿ ਅਕੈਡਮਿਕ ਸੈਸ਼ਨ 2024-25 ਦੇ ਲਈ ਬੀਐਡ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਹਾਨੂੰ ਇੱਕ ਐਗਜ਼ਾਮ ਕੁਆਲੀਫਾਈ ਕਰਨਾ ਪਏਗਾ, ਦੈਟ ਇਜ਼ ਕਾਮਨ ਐਂਟਰੈਂਸ ਟੈਸਟ, ਜੋ ਕਿ 150 ਮਾਰਕਸ ਦਾ ਹੈ। ਇਹਦੇ ਵਿੱਚੋਂ ਅੱਜ ਆਪਾਂ ਇੱਕ ਪੋਰਸ਼ਨ ਇੱਕ ਪੇਪਰ ਜਿਹੜਾ 30 ਨੰਬਰਾਂ ਦਾ ਹੈ, ਜਰਨਲ ਮੈਂਟਲ ਐਬਿਲਿਟੀ ਟੈਸਟ ਯਾਨੀ ਕਿ ਰੀਜ਼ਨਿੰਗ ਦੇ ਸਿਲੇਬਸ ਦੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਨ ਵਾਲੇ ਆ। ਤੁਸੀਂ ਕਹੋਗੇ ਜੀ ਪ੍ਰੋਸਪੈਕਟਸ ਤੇ ਸਾਨੂੰ ਦਿੱਤਾ ਤਾਂ ਹੋਇਆ ਕਿਹੜਾ ਕਿਹੜਾ ਸਿਲੇਬਸ ਹੈ। ਜੀ ਨਹੀਂ, ਜਿਹੜੇ ਬੱਚਿਆਂ ਨੂੰ ਥੋੜੀ ਬਹੁਤ ਵੀ ਰੀਜ਼ਨਿੰਗ ਦੀ ਨੌਲੇਜ ਹੈ ਉਹਨਾਂ ਨੂੰ ਪਤਾ ਹੈ ਕਿ ਜੋ ਦਿਖ ਰਿਹਾ ਹੈ ਉਹ ਨਹੀਂ ਹੈ। ਜੀ ਹਾਂ, ਬਿਲਕੁਲ ਤੁਹਾਨੂੰ ਜਿਵੇਂ ਪ੍ਰੋਸਪੈਕਟਸ ਦੇ ਵਿੱਚ ਜਿਹੜੇ ਟੋਟਲ ਟੌਪਿਕਸ ਨੇ ਉਹ ਜਿਹੜੇ ਹੈਗੇ ਨੇ 9 ਜਾਂ 10 ਦਿਖ ਰਹੇ ਹੋਣਗੇ, ਬਟ ਅਸਲ ਦੇ ਵਿੱਚ ਜਿਹੜਾ ਤੁਹਾਡਾ ਅਗਰ ਤੁਸੀਂ ਇਹਨੂੰ ਥੋੜਾ ਡੀਪ ਦੇ ਵਿੱਚ ਦੇਖੋਗੇ ਤਾਂ ਇਹ ਵੀ ਜਿਹੜਾ ਹੈਗਾ ਤੁਹਾਡਾ ਕਾਫੀ ਬ੍ਰੌਡ ਸਿਲੇਬਸ ਹੈ, ਯਾਨੀ ਕਿ ਤੁਹਾਨੂੰ ਇਹਦੇ ਲਈ ਬਹੁਤ ਮਿਹਨਤ ਦੀ ਜ਼ਰੂਰਤ ਹੈ। ਜਿਵੇਂ ਕਿ ਤੁਹਾਨੂੰ ਦਿਖ ਰਿਹਾ ਹੈ ਜਰਨਲ ਮੈਂਟਲ ਐਬਿਲਿਟੀ ਟੈਸਟ 30 ਮਾਰਕਸ ਦਾ ਹੈ, ਜਿਹਦੇ ਵਿੱਚੋਂ ਨੰਬਰ ਸੀਰੀਜ਼, ਕਲਾਸੀਫਿਕੇਸ਼ਨ, ਐਨਾਲੋਗੀ ਐਂਡ ਦਿਸ ਟੋਟਲ ਜਿਹੜੇ ਹੈਗੇ ਨੇ 10 ਟੌਪਿਕ ਜਿਹੜੇ ਤੁਹਾਨੂੰ ਇੱਥੇ ਦਿੱਤੇ ਹੋਏ ਨੇ। ਬਟ ਇਹ ਵੀਡੀਓ ਹੈ ਡਿਟੇਲਡ ਡਿਸਕਸ਼ਨ ਦੀ, ਸੋ ਇਸ 10 ਟੌਪਿਕਾਂ ਦੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਨ ਦੇ ਲਈ ਆਪਾਂ ਤੁਹਾਨੂੰ ਡਾਇਰੈਕਟ ਆਪਣੀ ਪੀਪੀਟੀ ਤੇ ਲੈ ਚੱਲਦੇ ਹਾਂ। So just give me a 1 minute. Let me start the slideshow. ਓਕੇ, ਸੋ ਆਪਾਂ ਜਰਨਲ ਮੈਂਟਲ ਐਬਿਲਿਟੀ ਟੈਸਟ ਦੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੋ ਰੀਜ਼ਨਿੰਗ ਹੁੰਦੀ ਹੈ ਨਾ, ਉਹਦੇ ਦੋ ਪਾਰਟ ਹੁੰਦੇ ਨੇ ਰਾਜੇ। ਇੱਕ ਹੁੰਦਾ ਵਰਬਲ ਔਰ ਇੱਕ ਹੁੰਦਾ ਨਾਨ ਵਰਬਲ ਪਾਰਟ। ਦੇਖੋ, ਵਰਬਲ ਸਿੱਧੀ ਜਿਹੀ ਗੱਲ ਹੈ, ਜਦੋਂ ਸ਼ਬਦਾਂ ਦਾ ਖੇਲ ਹੋਵੇ, ਜਦੋਂ ਸਾਨੂੰ ਹਰੇਕ ਇਨਸਟਰਕਸ਼ਨ, ਹਰੇਕ ਗੱਲਬਾਤ ਸ਼ਬਦਾਂ ਦੇ ਰਾਹੀਂ ਦੱਸੀ ਜਾਵੇ ਤਾਂ ਉਹ ਆਪਣੀ ਵਰਬਲ ਰੀਜ਼ਨਿੰਗ ਹੋ ਜਾਂਦੀ ਹੈ। ਔਰ ਨਾਨ ਵਰਬਲ ਬੇਸਿਕਲੀ ਜਿੱਥੇ ਡਾਇਗਰਾਮ ਆ ਜਾਂਦੀ ਹੈ, ਠੀਕ ਹੈ, ਜਿੱਥੇ ਕੋਈ ਨਾ ਕੋਈ ਆਕ੍ਰਿਤੀ ਆ ਜਾਂਦੀ ਹੈ, ਕੋਈ ਸ਼ੇਪ ਆ ਜਾਂਦੀ ਹੈ, ਤਾਂ ਉਹ ਨਾਨ ਵਰਬਲ ਰੀਜ਼ਨਿੰਗ ਦੇ ਵਿੱਚ ਕਾਊਂਟ ਹੁੰਦਾ ਹੈ। ਹੁਣ ਇਹ ਤੁਹਾਨੂੰ ਕਿਉਂ ਦੱਸਿਆ, ਇਹ ਤੁਹਾਨੂੰ ਅੱਗੇ ਪਤਾ ਚੱਲੇਗਾ। ਠੀਕ ਹੈ ਜੀ, ਓਕੇ। ਸਭ ਤੋਂ ਪਹਿਲਾਂ ਜਿਹੜਾ ਆਪਣਾ ਟੌਪਿਕ ਹੈ ਦੈਟ ਇਜ਼ ਨੰਬਰ ਸੀਰੀਜ਼। ਨੰਬਰ ਸੀਰੀਜ਼ ਦੇ ਵਿੱਚ ਬੇਸਿਕਲੀ ਅਲੱਗ-ਅਲੱਗ ਪੈਟਰਨ ਦੇ ਬੇਸ ਤੇ ਤੁਹਾਨੂੰ ਸੀਰੀਜ਼ ਦਿੱਤੀ ਹੁੰਦੀ ਹੈ। ਇਹਦੇ ਵਿੱਚ ਕਿਹੜੇ-ਕਿਹੜੇ ਪੈਟਰਨ ਹੁੰਦੇ ਨੇ? ਸਭ ਤੋਂ ਜ਼ਿਆਦਾ ਐਡੀਸ਼ਨ ਸਬਟ੍ਰੈਕਸ਼ਨ ਦੇ ਉੱਪਰ ਬੇਸਡ ਹੁੰਦੇ ਨੇ, ਫਿਰ ਮਲਟੀਪਲੀਕੇਸ਼ਨ ਐਂਡ ਡਿਵੀਜ਼ਨ ਯਾਨੀ ਕਿ ਗੁਣਾ ਅਤੇ ਭਾਗ ਦੇ ਉੱਪਰ ਬੇਸ ਹੁੰਦੇ ਨੇ। ਫਿਰ ਜਿਹੜਾ ਥਰਡ ਹੈ, ਸਭ ਤੋਂ ਜ਼ਿਆਦਾ ਇਹਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ ਜਿਹੜੇ ਆਪਣਾ ਸੰਪੂਰਨ ਵਰਗ ਅਤੇ ਕਿਊਬ ਯਾਨੀ ਕਿ ਜਦੋਂ ਆਪਾਂ ਪਾਵਰ 3 ਕਰ ਦਿੰਦੇ ਆ, ਕਿਊਬ ਦੇ ਵਿੱਚ ਸਵਾਲ ਆਉਂਦੇ ਨੇ। ਠੀਕ ਹੈ, ਯਾਨੀ ਕਿ ਮੰਨ ਲਓ ਤੁਹਾਨੂੰ ਪੁੱਛਿਆ ਗਿਆ 2 ਦਾ ਸਕੁਅਰ ਕੀ ਹੈ, ਯਾਨੀ ਕਿ 2 ਦੀ ਘਾਤ 2 ਕਰ ਦਿਓ, ਯਾਨੀ ਕਿ 4 ਆਏਗਾ। ਤੁਹਾਨੂੰ ਕੋਈ ਪੁੱਛੇ 2 ਦੀ ਕਿਊਬ ਕੀ ਹੈ ਤਾਂ 2 ਦੀ ਘਾਤ 3 ਕਰ ਦਿਓ, ਯਾਨੀ ਕਿ ਸਾਡੇ ਕੋਲ ਕਿੰਨਾ ਆ ਜਾਏਗਾ? 8 ਆ ਜਾਏਗਾ। ਇਸ ਤਰੀਕੇ ਦੇ ਜਿਹੜੇ ਸਵਾਲ ਨੇ ਸਭ ਤੋਂ ਜ਼ਿਆਦਾ ਪੁੱਛੇ ਜਾਂਦੇ ਨੇ। ਉਸ ਤੋਂ ਬਾਅਦ ਬਹੁਤ ਸਾਰੇ ਮਲਟੀਪਲ ਆਪਰੇਸ਼ਨ ਤੇ ਬੇਸਡ ਤੇ ਨੰਬਰ ਸੀਰੀਜ਼ ਦੇ ਸਵਾਲ ਬਣਦੇ ਨੇ, ਔਰ ਫਿਰ ਕੰਬੀਨੇਸ਼ਨ ਹੁੰਦੇ 2 ਜਾਂ ਫਿਰ 2 ਤੋਂ ਜ਼ਿਆਦਾ ਸੀਰੀਜ਼ ਦਾ। ਔਰ ਅਗਰ ਆਪਾਂ ਇਹਦੇ ਵਿੱਚ ਟਾਈਪ ਆਫ ਕੁਐਸਚਨ ਦੀ ਗੱਲ ਕਰੀਏ ਤਾਂ ਤੁਹਾਨੂੰ ਦੋ ਤਰੀਕੇ ਦੇ ਕੁਐਸਚਨ ਦੇਖਣ ਨੂੰ ਮਿਲ ਜਾਂਦੇ ਨੇ। ਨੰਬਰ 1 ਇਜ਼ ਟੂ ਫਾਈਂਡ ਦ ਮਿਸਿੰਗ ਨੰਬਰ ਔਰ ਦੂਸਰਾ ਟੂ ਫਾਈਂਡ ਦ ਰੋਂਗ ਟਰਮ। ਯਾਨੀ ਫॉर एग्जांपल ਮੈਂ ਤੁਹਾਨੂੰ ਫਰਸਟ ਕੁਐਸਚਨ ਪਾਇਆ 1 2 3 4 ਔਰ ਇੱਥੇ ਮੈਂ ਤੁਹਾਨੂੰ ਖਾਲੀ ਥਾਂ ਛੱਡਤੀ। ਤੁਸੀਂ ਇੱਥੇ ਕੀ ਕਰਨਾ, ਇੱਥੇ ਤੁਹਾਨੂੰ ਮਿਸਿੰਗ ਟਰਮ ਦਿੱਤੀ ਗਈ ਹੈ, ਤੁਸੀਂ ਇਹ ਪਤਾ ਕਰਨਾ ਕਿ ਇੱਥੇ ਮਿਸਿੰਗ ਟਰਮ ਕਿਹੜੀ ਆਏਗੀ। ਸੋ ਤੁਹਾਨੂੰ ਪਤਾ ਹੈ ਪੈਟਰਨ ਦਿਖ ਰਹੀ ਹੈ ਕਿ ਜਿਹੜੀ ਹੈਗੀ ਸਾਡੇ ਕੋਲ ਲਗਾਤਾਰ ਕਾਊਂਟਿੰਗ ਚੱਲ ਰਹੀ ਹੈ। ਤੁਸੀਂ ਦੱਸ ਸਕਦੇ ਹੋ ਕਿ ਇੱਥੇ ਕੀ ਆਏਗਾ? 5 ਆਏਗਾ। ਹੁਣ ਮੈਂ ਤੁਹਾਨੂੰ ਕਹਾ 1 2 3 4 5 ਔਰ ਇੱਥੇ ਤੁਹਾਨੂੰ 7 ਦੇਤਾ। ਹੁਣ ਤੁਹਾਨੂੰ ਇਹ ਕੁਐਸਚਨ ਆਏਗਾ ਕਿ ਦੱਸੋ ਜੀ ਇਹਦੇ ਵਿੱਚ ਰੋਂਗ ਟਰਮ ਕਿਹੜੀ ਹੈ? ਤਾਂ ਆਬਵੀਅਸਲੀ ਰੋਂਗ ਟਰਮ ਕਿਹੜੀ ਹੈ? 7, ਕਿਉਂਕਿ ਇੱਥੇ ਕੀ ਆਣਾ ਚਾਹੀਦਾ ਸੀ? 6 ਆਉਣਾ ਚਾਹੀਦਾ ਸੀ। ਠੀਕ ਹੈ, ਚਲੋ ਜ਼ਿਆਦਾ ਡਿਟੇਲ 'ਚ ਵੀ ਨਹੀਂ ਜਾਣਾ, ਤੁਹਾਨੂੰ ਆਪਾਂ ਥੋੜਾ ਜਿਹਾ ਹੈਗਾ ਬਰੀਫ ਓਵਰਵਿਊ ਦੇਣਾ ਹੈ। ਠੀਕ ਹੈ, ਸੋ ਨੰਬਰ ਸੀਰੀਜ਼ ਦੇ ਵਿੱਚ ਇਸ ਤਰੀਕੇ ਦੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਦੇ ਨੇ। ਅੱਛਾ, ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਗਰ ਤੁਸੀਂ ਵੀ ਪੰਜਾਬ ਬੀਐਡ ਕਾਮਨ ਐਂਟਰੈਂਸ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਇਹ ਨੰਬਰ ਹੈ 7710190616 ਤੇ ਕੰਟੈਕਟ ਕਰ ਸਕਦੇ ਹੋ, ਔਰ ਤੁਸੀਂ ਸਾਡਾ ਜਿਹੜਾ ਪੇਡ ਬੈਚ ਹੈ ਉਹਨੂੰ ਪਰਚੇਸ ਕਰ ਸਕਦੇ ਹੋ, ਜਿਹਦੇ ਵਿੱਚ ਅਸੀਂ ਤੁਹਾਡੀ ਐਡਮਿਸ਼ਨ ਗਰੰਟਡ ਕਰਾਂਗੇ। ਬਿਕੋਜ਼ ਤੁਹਾਨੂੰ ਹਰੇਕ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਲਾਈਵ ਕਲਾਸਿਸ ਲਵਾਂਗੇ। ਅਗਰ ਕੋਈ ਐਮਰਜੈਂਸੀ ਆਏਗੀ ਤਾਂ ਅਸੀਂ ਤੁਹਾਨੂੰ ਰਿਕਾਰਡਡ ਕਲਾਸਿਸ ਪ੍ਰੋਵਾਈਡ ਕਰਾਂਗੇ। ਤੁਹਾਡੇ ਪ੍ਰੋਪਰ ਟੈਸਟ ਹੋਣਗੇ, ਜੋ ਟੌਪਿਕ ਤੁਹਾਨੂੰ ਕਰਵਾ ਦਿੱਤਾ ਜਾਏਗਾ ਉਹਦੇ ਬੇਸ ਤੇ ਅਸੀਂ ਤੁਹਾਡੇ ਟੈਸਟ ਰੱਖੇ ਹੋਏ ਨੇ। ਹਰੇਕ ਚੀਜ਼ ਪੂਰੀ ਵੈਲ ਪ੍ਰੀਪੇਅਰ, ਵੈਲ ਮੈਨੇਜਡ, ਵੈਲ ਆਰਗੇਨਾਈਜ਼ਡ ਹੈ। ਸੋ ਤੁਸੀਂ ਸਾਡੇ ਤੇ ਟਰਸਟ ਕਰ ਸਕਦੇ ਹੋ। ਬਾਕੀ ਅਸੀਂ ਤੁਹਾਡੇ ਲਈ ਡੈਮੋ ਕਲਾਸਿਸ ਵੀ ਅਵੇਲੇਬਲ ਕਰਵਾਵਾਂਗੇ, ਉਸ ਤੇ ਬੇਸ ਤੇ ਤੁਸੀਂ ਆਪਣਾ ਡਿਸੀਜਨ ਲੈ ਸਕਦੇ ਹੋ। ਅੱਗੇ ਮੂਵ ਕਰਦੇ ਹਾਂ। ਸੋ ਇਹ ਸਾਡੀ ਇੱਕ ਬੁੱਕ ਵੀ ਹੈ ਜੀ, ਜਿਹੜੇ ਪ੍ਰੀਵੀਅਸ ਈਅਰ ਕੁਐਸਚਨ ਨੇ ਪੰਜਾਬ ਕਾਮਨ ਐਂਟਰੈਂਸ ਟੈਸਟ ਬੀਐਡ ਵਾਲੇ। ਇਹ ਬੁੱਕ ਜਿਹੜੀ ਹੈਗੀ ਹੈ 249 ਦਾ ਤੁਸੀਂ ਇਹਦਾ ਪ੍ਰਾਈਸ ਦੇਖ ਸਕਦੇ ਹੋ, ਸਪੈਸ਼ਲ ਆਫਰ ਤੇ ਹੈ। ਸੋ ਤੁਸੀਂ ਇਹ ਬੁੱਕ ਵੀ ਜਿਹੜੀ ਹੈਗੀ ਹੈ ਪਰਚੇਸ ਕਰ ਸਕਦੇ ਹੋ। ਅਗੇਨ ਅਗਰ ਕੋਈ ਤੁਹਾਡੀ ਕੁਐਰੀ ਹੋਈ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ 7710190616। ਮੂਵ ਕਰਦੇ ਹਾਂ ਜੀ ਅੱਗੇ। ਉਸ ਤੋਂ ਬਾਅਦ ਹੈ ਕਲਾਸੀਫਿਕੇਸ਼ਨ। ਕਲਾਸੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਨਾ? ਵਰਗੀਕਰਨ। ਹੁਣ ਦੇਖੋ,
ਹੁਣ ਕਲਾਸੀਫਿਕੇਸ਼ਨ ਜਿਹੜਾ ਹੈਗਾ ਨਾ ਰਾਜੇ, ਇਹ ਵਰਬਲ ਦੇ ਵਿੱਚ ਵੀ ਆਂਦਾ ਹੈ ਔਰ ਇਹ ਨਾਨ ਵਰਬਲ ਦੇ ਵਿੱਚ ਵੀ ਆਂਦਾ ਹੈ। ਹੁਣ ਸਾਨੂੰ ਇਹਨਾਂ ਨੇ ਇਹੀ ਗੱਲ ਡਿਟੇਲ 'ਚ ਨਹੀਂ ਦੱਸੀ ਕਿ ਤੁਹਾਨੂੰ ਕਿਹੜੀ ਕਲਾਸੀਫਿਕੇਸ਼ਨ ਆਣੀ ਹੈ, ਵਰਬਲ ਵਾਲੀ ਆਣੀ ਹੈ ਕਿ ਨਾਨ ਵਰਬਲ ਵਾਲੀ ਆਣੀ ਹੈ। ਜਦੋਂ ਮੈਂ ਤੁਹਾਡਾ ਪਿਛਲੇ ਸਾਲ ਦਾ ਜਿਹੜਾ ਪੇਪਰ ਹੈ ਉਹ ਐਨਾਲਾਈਜ਼ ਕੀਤਾ ਤਾਂ ਸਾਨੂੰ ਇਹ ਪਤਾ ਚੱਲਿਆ ਕਿ ਕਲਾਸੀਫਿਕੇਸ਼ਨ ਜਿਹੜੀ ਹੈਗੀ ਹੈ ਦੋਨਾਂ ਦੇ ਵਿੱਚੋਂ ਆ ਰਹੀ ਹੈ, ਯਾਨੀ ਕਿ ਤੁਸੀਂ ਵਰਬਲ ਵਾਲਾ ਪਾਰਟ ਵੀ ਪੜ੍ਹਨਾ ਹੈ, ਨਾਨ ਵਰਬਲ ਵਾਲਾ ਪਾਰਟ ਵੀ ਪੜ੍ਹਨਾ ਹੈ। ਅਗਰ ਆਪਾਂ ਕਲਾਸੀਫਿਕੇਸ਼ਨ ਦੀ ਗੱਲ ਕਰੀਏ, ਕਲਾਸੀਫਿਕੇਸ਼ਨ ਨੂੰ ਪੰਜਾਬੀ 'ਚ ਵਰਗੀਕਰਨ ਕਹਿੰਦੇ ਨੇ, ਠੀਕ ਹੈ। ਹੁਣ ਕਲਾਸੀਫਿਕੇਸ਼ਨ ਦੇ ਬਹੁਤ ਟਾਈਪ ਨੇ, ਸ਼ਬਦਾਂ ਤੇ ਬੇਸਡ ਹੈ, ਨੰਬਰਸ ਤੇ ਬੇਸਡ ਹੈ, ਲੈਟਰ ਤੇ ਬੇਸਡ ਹੈ। ਔਰ ਨਾਨ ਵਰਬਲ ਦੇ ਵਿੱਚ ਸਿਰਫ ਇੱਕੋ ਹੀ ਗੱਲ ਆਉਂਦੀ ਹੈ, ਡਾਇਗ੍ਰਾਮ ਦੀ। ਤੁਸੀਂ ਦੇਖਣਾ ਹੈ ਕਿ ਸਿਮਿਲਰ ਡਾਇਗ੍ਰਾਮਸ ਕਿਹੜੀਆਂ ਨੇ, ਡਿਸਿਮਿਲਰ ਕਿਹੜੀਆਂ ਨੇ, ਠੀਕ ਹੈ ਜੀ। ਬੱਚਿਆਂ ਨੂੰ ਲੱਗਦਾ ਡਾਇਗ੍ਰਾਮ ਮਤਲਬ ਈਜ਼ੀ ਹੋਏਗਾ ਕੰਮ, ਬਟ ਅਸਲ 'ਚ ਡਾਇਗ੍ਰਾਮ ਦੇ ਵਿੱਚ ਥੋੜੀ ਜ਼ਿਆਦਾ ਆਬਜ਼ਰਵੇਸ਼ਨ ਲੱਗਦੀ ਹੈ। ਚਲੋ ਮੂਵ ਕਰਦੇ ਹਾਂ ਨੈਕਸਟ ਟੌਪਿਕ, ਐਨਾਲੋਗੀ। ਐਨਾਲੋਗੀ ਅਗੇਨ ਵਰਬਲ ਦੇ ਵਿੱਚ ਵੀ ਐਨਾਲੋਗੀ ਆਉਂਦੀ ਹੈ। ਐਨਾਲੋਗੀ ਦਾ ਮਤਲਬ ਕੀ ਹੁੰਦਾ, ਸਮਾਨਤਾ, ਔਰ ਨਾਨ ਵਰਬਲ ਦੇ ਵਿੱਚ ਵੀ ਆਉਂਦੀ ਹੈ। ਸੋ ਹੁਣ ਤੁਸੀਂ ਇਹ ਦੇਖੋ ਕਿ ਅਸਲ 'ਚ ਤੁਹਾਡੇ ਕੋਲ ਇੱਕ ਟੌਪਿਕ ਨਹੀਂ ਹੈ, ਇੱਕ ਦੇ ਵਿੱਚ ਅੱਗੇ ਬਹੁਤ ਸਾਰੇ ਛੋਟੇ-ਛੋਟੇ ਟੌਪਿਕਸ ਨੇ, ਠੀਕ ਹੈ। ਐਨਾਲੋਗੀ ਵੀ ਵਰਡ ਐਨਾਲੋਗੀ ਹੁੰਦੀ ਹੈ, ਨੰਬਰ ਐਨਾਲੋਗੀ ਹੁੰਦੀ ਹੈ, ਅਲਫਾਬੈਟ ਐਨਾਲੋਗੀ ਹੁੰਦੀ ਹੈ। ਜਿਹੜਾ ਆਪਣਾ A ਤੋਂ ਲੈ ਕੇ Z ਤੱਕ ਸਾਰਿਆਂ ਦੀ ਤੁਸੀਂ ਪੋਜੀਸ਼ਨ ਜਿਹੜੀ ਹੈਗੀ ਹੈ ਯਾਦ ਕਰਨੀ ਹੈ, ਸਾਰੇ ਲੈਟਰਸ ਦੀ ਰਿਵਰਸ ਯਾਦ ਕਰਨੇ ਨੇ, ਬਹੁਤ ਵਾਸਟ ਸਿਲੇਬਸ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਸਿਨੋਨੀਅਮ ਔਰ ਆਪੋਜ਼ਿਟਸ ਹੋ ਗਏ, ਯਾਨੀ ਕਿ ਤੁਸੀਂ ਇੱਕ ਦੂਸਰੇ ਦੇ ਸਮਾਨ ਅਰਥੀ ਔਰ ਵਿਰੋਧੀ ਸ਼ਬਦ ਯਾਦ ਕਰਨੇ ਨੇ। ਕੋਡਿੰਗ ਡੀਕੋਡਿੰਗ ਕਰਨੀ ਹੈ, ਇਹ ਤਾਂ ਤੁਸੀਂ ਬਿਲਕੁਲ ਡਿਟੈਕਟਿਵ ਹੋ ਜਾਣਾ, ਜਿਵੇਂ ਇੱਕ ਮਤਲਬ ਆਪਾਂ ਜਿਹੜੀਆਂ ਸਸਪੈਂਸ ਵਾਲੀਆਂ ਫਿਲਮਾਂ ਦੇਖਦੇ ਹਾਂ ਜਿਹਦੇ 'ਚ ਥੋੜਾ ਮਤਲਬ ਕਹਿ ਲਓ ਕਿ ਡਿਟੈਕਸ਼ਨ ਵਾਲਾ ਜਿਹੜਾ ਸਿਨੈਰੀਓ ਹੁੰਦਾ, ਉਹਦੇ ਵਿੱਚ ਕੋਡਿੰਗ ਡੀਕੋਡਿੰਗ ਦਾ ਬਹੁਤ ਰੋਲ ਹੈ, ਠੀਕ ਹੈ। ਉਸ ਤੋਂ ਬਾਅਦ ਰਿਲੇਸ਼ਨ ਆ ਜਾਂਦਾ, ਬਲੱਡ ਰਿਲੇਸ਼ਨ, ਵਨ ਆਫ ਦ ਈਜ਼ੀ ਟੌਪਿਕ। ਪਰ ਅਗਰ ਤੁਹਾਡੀ ਅਪਰੋਚ ਵਧੀਆ ਹੈ, ਅਗਰ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਵੇਂ ਇੱਕ ਸਵਾਲ ਨੂੰ ਅਟੈਂਪਟ ਕਰਨਾ ਹੈ, ਤਾਂ ਹੀ ਤੁਸੀਂ ਜਿਹੜੇ ਹੈਗੇ ਨੇ ਬਲੱਡ ਰਿਲੇਸ਼ਨ ਦੇ ਟੌਪਿਕ ਕਰ ਸਕਦੇ ਹੋ। ਅੱਛਾ, ਬਲੱਡ ਰਿਲੇਸ਼ਨ ਦੇ ਵਿੱਚ ਇੱਕ ਲੁਕਿਆ ਹੋਇਆ ਟੌਪਿਕ ਵੀ ਹੈ। ਇਹ ਨਾ ਬਿਲਕੁਲ ਸਿਲੇਬਸ ਉਵੇਂ ਹੈ ਜਿਵੇਂ ਛੁਪੀ ਹੋਈ ਬੇਰੁਜ਼ਗਾਰੀ ਨਹੀਂ ਹੁੰਦੀ, ਉਸੇ ਤਰੀਕੇ ਨਾਲ ਇਹਦੇ ਵਿੱਚ ਬਹੁਤ ਸਾਰੇ ਟੌਪਿਕਸ ਛੁਪੇ ਹੋਏ ਨੇ। ਇਹਦੇ ਵਿੱਚ ਤੁਹਾਨੂੰ ਪਿਛਲੀ ਵਾਰ ਜਿਹੜਾ ਸਵਾਲ ਆਇਆ ਸੀ ਉਹ ਆਰਡਰ ਐਂਡ ਰੈਂਕਿੰਗ ਦਾ ਵੀ ਆਇਆ ਸੀ। ਸੋ ਯਾਨੀ ਕਿ ਇਹਨਾਂ ਨੇ ਆਰਡਰ ਐਂਡ ਰੈਂਕਿੰਗ ਦੇ ਸਵਾਲ ਨੂੰ ਬਲੱਡ ਰਿਲੇਸ਼ਨ ਦੇ ਵਿੱਚ ਹੀ ਕੀ ਕਰਤਾ, ਮਿਕਸ ਅਪ ਕਰਤਾ। ਅਗੇਨ ਡਿਡਕਟਿਵ ਐਂਡ ਇੰਡਕਟਿਵ ਰੀਜ਼ਨਿੰਗ, ਦਿਸ ਇਜ਼ ਵੈਰੀ ਇੰਪੋਰਟੈਂਟ। ਇਹਨੂੰ ਤੁਸੀਂ ਐਨਾਲਿਟਿਕ ਰੀਜ਼ਨਿੰਗ ਵੀ ਬੋਲ ਸਕਦੇ ਹੋ। ਹੁਣ ਐਨਾਲਿਟਿਕ ਰੀਜ਼ਨਿੰਗ ਦੇ ਵਿੱਚ ਆਪਣੇ ਆਪ 'ਚ ਹੀ 5-6 ਅੱਗੇ ਟੌਪਿਕਸ ਆ ਜਾਂਦੇ ਨੇ, ਠੀਕ ਹੈ। ਇਹਦੇ ਵਿੱਚ ਅੱਗੇ 5-6 ਟੌਪਿਕਸ ਅੱਗੇ ਆਪਣੇ ਆਪ 'ਚ ਆ ਜਾਂਦੇ ਨੇ। ਇਹ ਵੀ ਤੁਹਾਨੂੰ ਜਦੋਂ ਬੈਚ ਸ਼ੁਰੂ ਕੀਤਾ, ਵੈਸੇ ਸ਼ੁਰੂ ਹੋ ਚੁੱਕਿਆ, ਉਹਦੇ ਵਿੱਚ ਪ੍ਰੋਪਰ ਕਲਾਸਿਸ ਜਦੋਂ ਆਪਣੀਆਂ ਸ਼ੁਰੂ ਹੋ ਜਾਣਗੀਆਂ 1-2 ਦਿਨ ਤੱਕ, ਸੋ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਇਹਦੀ ਸਾਰੀ ਦੀ ਸਾਰੀ ਜਿਹੜੀ ਹੈਗੀ ਆ, ਸਾਰੇ ਤੁਹਾਡੇ ਟੌਪਿਕਸ ਕਵਰ ਕਰਵਾਏ ਜਾਣਗੇ। ਫਿਰ ਇੰਟਰਪ੍ਰੀਟੇਸ਼ਨ ਆਫ ਗ੍ਰਾਫ ਐਂਡ ਫਿਗਰ, ਦਿਸ ਇਜ਼ ਵੈਰੀ ਇੰਪੋਰਟੈਂਟ ਟੌਪਿਕ। ਤੁਹਾਨੂੰ ਆਪਾਂ ਅਲੱਗ-ਅਲੱਗ ਗ੍ਰਾਫ ਪੜ੍ਹੇ ਨੇ ਨਾ, ਛੜ ਗ੍ਰਾਫ ਪੜ੍ਹਿਆ, ਯਾਨੀ ਬਾਰ ਗ੍ਰਾਫ ਪੜ੍ਹਿਆ, ਪਾਈ ਗ੍ਰਾਫ ਪੜ੍ਹਿਆ ਆਪਾਂ ਨੇ। ਇਸ ਤਰੀਕੇ ਦੇ ਸਾਰੇ ਗ੍ਰਾਫ ਦੇ ਉੱਪਰ ਕੋਈ ਨਾ ਕੋਈ ਇਨਫੋਰਮੇਸ਼ਨ ਹੈ, ਉਸ ਇਨਫੋਰਮੇਸ਼ਨ ਵਿੱਚੋਂ ਆਪਾਂ ਨੂੰ ਸਵਾਲ ਪੁੱਛੇ ਜਾਣਗੇ, ਆਪਾਂ ਉਹਦੇ ਆਨਸਰ ਦੇਣੇ ਆ। ਫਿਰ ਅੱਗੇ ਇਵੈਲੂਏਸ਼ਨ ਐਂਡ ਇਨਫਰੈਂਸਿਸ, ਬਹੁਤ ਸਾਰੀਆਂ ਸਟੇਟਮੈਂਟ ਦਿੱਤੀਆਂ ਹੋਣਗੀਆਂ, ਉਹਦੇ ਬੇਸ ਦੇ ਉੱਪਰ ਆਪਾਂ ਨੇ ਕੋਈ ਨਾ ਕੋਈ ਕਨਕਲੂਜਨ ਕੱਢਣੇ ਨੇ। ਐਂਡ ਲਾਸਟ ਬਟ ਨਾਟ ਦ ਲੀਸਟ, ਦੈਟ ਇਜ਼ ਬਲੱਡ ਰਿਲੇਸ਼ਨ। ਉਹ ਬਿਲਕੁਲ ਸਿੰਗ ਰਿਲੇਸ਼ਨ ਔਰ ਬਲੱਡ ਰਿਲੇਸ਼ਨ ਇੱਕੋ ਹੀ ਟੌਪਿਕ ਹੈ, ਥੋੜਾ ਡਿਟੇਲ ਦੇ ਵਿੱਚ ਕਰਨਾ। ਬਲੱਡ ਰਿਲੇਸ਼ਨ 'ਚ ਵੀ ਬਹੁਤ ਟਾਈਪਸ ਹੁੰਦੀਆਂ ਨੇ, ਠੀਕ ਹੈ। ਕਈ ਵਾਰੀ ਫੋਟੋ ਵਾਲਾ ਆ ਜਾਂਦਾ ਹੈ ਕਿ ਫੋਟੋ ਨੂੰ ਦੇਖ ਕੇ ਕਿਹਾ ਕਿ ਉਹ ਇਦਾਂ ਕੁਛ ਹੈ, ਔਰ ਆਪਾਂ ਕਈ ਵਾਰ ਡਾਇਰੈਕਟ ਸਵਾਲ ਆ ਜਾਂਦੇ ਨੇ। ਸੋ ਕੁੱਲ ਮਿਲਾ ਕੇ ਗੱਲ ਸਿਰਫ ਇੰਨੀ ਹੈ ਕਿ ਚਾਹੇ ਤੁਹਾਨੂੰ ਇਸ ਸਲਾਈਡ ਦੇ ਉੱਪਰ 10 ਟੌਪਿਕ ਦਿਖ ਰਹੇ ਹੋ, ਬਟ ਰੀਜ਼ਨਿੰਗ ਦੇ ਵਿੱਚ ਅਸਲ 'ਚ 10 ਟੌਪਿਕ ਨਹੀਂ ਹੈਗੇ। ਕਿਤੇ ਤੁਸੀਂ ਓਵਰ ਕੌਨਫੀਡੈਂਸ 'ਚ ਆ ਜਾਓ ਜਾਂ ਫਿਰ ਬਹੁਤ ਲਾਈਟਲੀ ਲੈ ਲਓ ਕਿ 10 ਹੀ ਟੌਪਿਕ ਨੇ, 10 ਦਿਨਾਂ 'ਚ ਨਿਬੜ ਜਾਣਗੇ। ਜੀ ਨਹੀਂ, 10 ਟੌਪਿਕ ਨਹੀਂ ਹੈਗੇ। ਇਹਨਾਂ ਦੇ ਵਿੱਚ ਬਹੁਤ ਸਾਰੇ ਛੋਟੇ ਟੌਪਿਕਸ ਨੇ, ਬਹੁਤ ਸਾਰੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਬਰੀਕੀ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ। ਓਨਲੀ ਦੈਨ ਯੂ ਆਰ ਏਬਲ ਟੂ crack this exam and only then you are able to get the admission in your favorite or in the government college. So once again ਤੁਸੀਂ ਸਾਡੇ ਤੇ ਵਿਸ਼ਵਾਸ ਕਰ ਸਕਦੇ ਹੋ, ਬਹੁਤ ਜਲਦ ਤੁਹਾਨੂੰ ਡੈਮੋ ਕਲਾਸਿਸ ਦਵਾਂਗੇ। ਅਗਰ ਕੋਈ ਵੀ ਤੁਹਾਡੀ ਕੁਐਰੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛਣਾ ਨਾ ਭੁੱਲਿਓ, ਔਰ ਤੁਸੀਂ ਕੋਈ ਵੀ ਬੈਚ ਰਿਗਾਰਡਿੰਗ ਕੁਐਰੀ ਹੈ ਜਾਂ ਕੋਈ ਵੀ ਇਦਾਂ ਦੀ ਗੱਲਬਾਤ ਹੈ, ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ ਐਂਡ ਗॉड ब्लेस यू एवरीवन।